पर इस वेले साडा कानून जिहड़ा है वो हत्थ खड़े करके खड़ा है। और बहुत बारी वड्डियां घरां दे बच्चे हुंदे आ और उन्हां दे वड्डे सियासतदानां नाल हत्थ रले और कानून तक तो बहुत बारी वो खबरां पहुंचदियां भी नहीं है। ਧੀਆਂ ਨੂੰ ਬਚਾਉਣ ਦੀ ਸ਼ੁਰੂਆਤ ਅਸੀਂ ਘਰਾਂ ਤੋਂ ਕਰਾਂਗੇ। ਧੀਆਂ ਬਚਾਓ, ਧੀਆਂ ਪੜਾਓ, ਪੁੱਤਾਂ ਨੂੰ ਸਮਝਾਓ ਤੇ ਬਜ਼ੁਰਗਾਂ ਨੂੰ ਵੀ ਅਪਣਾਓ। ਗਲੋਬਲ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਦੇਸ਼ ਭਗਤੀ ਯਾਦਗਾਰ ਹਾਲ ਦੇ ਵਿੱਚ, ਜਿੱਥੇ ਕਿ ਇੱਕ ਫੰਕਸ਼ਨ ਕਰਾਇਆ ਜਾ ਰਿਹਾ ਵੀ ਅੱਜ ਕੌਣ ਬਚਾਊ ਧੀਆਂ ਨੂੰ। ਤੇ ਸਾਡੇ ਨਾਲ ਹੁਣ ਲਾਇਰਪੁਰ ਖਾਲਸਾ ਗਰਲਸ ਕਾਲਜ ਦੀ ਪ੍ਰਿੰਸੀਪਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿੱਦਾਂ ਮੈਡਮ ਅੱਜ ਕੱਲ੍ਹ ਬਹੁਤ ਜਿਹੜੇ ਆ ਰੇਪ ਹੋ ਰਹੇ ਪਏ ਆ, ਹਾਦਸ ਹੋ ਗਿਆ ਜਾਂ ਕੋਈ ਨਾ 6 ਸਾਲਾਂ ਦੇ ਬੱਚੀ ਨਾਲ ਬਲਾਤਕਾਰ ਹੋ ਰਹੇ ਆ, ਤੁਹਾਨੂੰ ਕੀ ਲੱਗਦਾ? ਅੱਜ ਮੇਰਾ ਕੁਐਸਚਨ ਵੀ ਤੁਹਾਨੂੰ ਇਹੀ ਹੈ ਵੀ ਕੌਣ ਬਚਾਊ ਧੀਆਂ ਨੂੰ? ਬਹੁਤ ਸ਼ਰਮਨਾਕ ਕਾਰਾ ਹੈ। ਪਹਿਲਾਂ ਤਾਂ ਮੈਂ ਕੰਡੈਮ ਕਰਾਂਗੀ ਇਹਨਾਂ ਘਟਨਾਵਾਂ ਨੂੰ ਜੋ ਅੱਜ ਸਮਾਜ ਦੇ ਵਿੱਚ ਸਾਡੇ ਵਾਪਰ ਰਹੀਆਂ। ਔਰ ਮੈਂ ਜਦੋਂ ਵੀ ਸੋਚਦੀ ਹਾਂ, ਜਦੋਂ ਵੀ ਕਿਸੇ ਨਾਲ ਗੱਲ ਕਰਦੀ ਹਾਂ, ਜਿਹੜੀ ਪਹਿਲੀ ਆਵਾਜ਼ ਕਾਨੂੰਨ ਦੀ ਆਉਂਦੀ ਹੈ। ਪਰ ਇਸ ਵੇਲੇ ਸਾਡਾ ਕਾਨੂੰਨ ਜਿਹੜਾ ਹੈ ਉਹ ਹੱਥ ਖੜੇ ਕਰਕੇ ਖੜਾ ਆ। ਔਰ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀਆਂ ਧਾਰਾਵਾਂ ਹੈ ਜਿਨ੍ਹਾਂ ਤੋਂ ਛਾਤਰ ਮੁਜਰਮ ਜਿਹੜੇ ਆ ਉਹ ਫਾਇਦਾ ਉਠਾ ਜਾਂਦੇ ਆ। ਔਰ ਬਹੁਤ ਵਾਰੀ ਵੱਡਿਆਂ ਘਰਾਂ ਦੇ ਬੱਚੇ ਹੁੰਦੇ ਆ ਔਰ ਉਹਨਾਂ ਦੇ ਵੱਡੇ ਸਿਆਸਤਦਾਨਾਂ ਨਾਲ ਹੱਥ ਰਲੇ ਹੁੰਦੇ, ਇਸ ਕਰਕੇ ਕਾਨੂੰਨ ਵੀ ਕਈ ਵਾਰੀ ਮਾਯੂਸ ਹੋ ਜਾਂਦਾ ਆ। ਔਰ ਕਾਨੂੰਨ ਤੱਕ ਤਾਂ ਬਹੁਤ ਵਾਰੀ ਉਹ ਖਬਰਾਂ ਪਹੁੰਚਦੀਆਂ ਵੀ ਨਹੀਂ ਹੈ। ਔਰ ਇਸ ਵੇਲੇ ਲੋੜ ਹੈ ਇਹ ਧੀਆਂ ਨੂੰ ਬਚਾਉਣ ਦੀ ਸ਼ੁਰੂਆਤ ਅਸੀਂ ਘਰਾਂ ਤੋਂ ਕਰਾਂਗੇ। ਅਸੀਂ ਘਰਾਂ 'ਚ ਆਪਣੀਆਂ ਧੀਆਂ ਨੂੰ ਸ਼ਰਮ ਹਿਆ ਦੀ ਮਰਿਆਦਾ ਸਿਖਾਉਂਦੇ ਹਾਂ। ਸਾਨੂੰ ਲੋੜ ਹੈ ਇਸ ਵੇਲੇ ਧੀ ਬਚਾਓ ਧੀ ਪੜ੍ਹਾਓ ਦੇ ਨਾਲ ਨਾਲ ਪੁੱਤਾਂ ਨੂੰ ਵੀ ਸਮਝਾਉਣ ਦੀ, ਉਹਨਾਂ ਨੂੰ ਵੀ ਸੰਸਕਾਰ ਸਿਖਾਉਣ ਦੀ ਕਿ ਜੇ ਅਸੀਂ ਆਪਣੀਆਂ ਧੀਆਂ ਲਈ ਬੜੇ ਫਿਕਰਮੰਦ ਹੈ ਕਿ ਉਹ ਰਾਤ ਨੂੰ ਘਰੋਂ ਬਾਹਰ ਨਿਕਲੀ ਹੈ, ਸਾਨੂੰ ਪੁੱਤਾਂ ਲਈ ਵੀ ਉਨੇ ਫਿਕਰਮੰਦ ਹੋਣਾ ਚਾਹੀਦਾ। ਉਹਨਾਂ ਨੂੰ ਸਲੀਕਾ ਸਿਖਾਉਣਾ ਚਾਹੀਦਾ ਜ਼ਿੰਦਗੀ ਜੀਣ ਦਾ, ਔਰ ਨਾਲ ਨਾਲ ਇਹ ਵੀ ਦੱਸਣਾ ਚਾਹੀਦਾ ਹੈ ਕਿ ਜੰਗਲ ਰਾਜ ਨਹੀਂ ਹੈ। ਔਰ ਇੱਕ ਗੱਲ ਮੈਂ ਹੋਰ ਐਡ ਕਰਾਂਗੀ ਇਸੇ ਨਾਅਰੇ ਦੇ ਵਿੱਚ, ਧੀਆਂ ਬਚਾਓ ਧੀਆਂ ਪੜ੍ਹਾਓ, ਪੁੱਤਾਂ ਨੂੰ ਸਮਝਾਓ ਤੇ ਬਜ਼ੁਰਗਾਂ ਨੂੰ ਵੀ ਅਪਣਾਓ। ਕਿਉਂਕਿ ਜਿਹੜੇ ਬਜ਼ੁਰਗ ਆ ਉਹਨਾਂ ਕੋਲ ਜ਼ਿੰਦਗੀ ਦਾ ਤਜਰਬਾ ਆ। ਜੇ ਅੱਜ ਅਸੀਂ ਆਪਣੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ 'ਚ ਨਾ ਧੱਕਿਆ ਹੁੰਦਾ, ਉਹ ਸਾਡੇ ਨਾਲ ਘਰਾਂ 'ਚ ਰਹਿੰਦੇ ਹੁੰਦੇ, ਤਾਂ ਸ਼ਾਇਦ ਇਸ ਤਰ੍ਹਾਂ ਦੀ ਜਲਾਲਤ ਜਿਹੜੀ ਆ ਸਾਨੂੰ ਨਾ ਸਹਿਣੀ ਪੈਂਦੀ। ਔਰ ਸਮਾਜ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸਮਾਜ ਦਾ ਜਿਹੜਾ ਚੇਤਨ ਵਰਗ ਹੈ, ਸੂਝਵਾਨ ਵਰਗ ਹੈ, ਸੰਵੇਦਨਸ਼ੀਲ ਵਰਗ ਹੈ, ਉਹਨਾਂ ਨੂੰ ਇਸ ਵੇਲੇ ਉੱਠ ਕੇ ਧੀਆਂ ਦੇ ਨਾਲ ਖੜੇ ਹੋਣਾ ਚਾਹੀਦਾ ਆ ਔਰ ਉਹਨਾਂ ਨੂੰ ਉਹਨਾਂ ਦਾ ਅਹਿਸਾਸ ਕਰਾਉਣਾ ਚਾਹੀਦਾ ਉਹਨਾਂ ਦੀ ਤਾਕਤ ਦੇ ਨਾਲ। ਜੇ ਆਪਾਂ ਗੱਲ ਕਰੀਏ ਦੇਸ਼ ਦੇ ਸਿਆਸਤਦਾਨਾਂ ਦੀ, ਤੁਹਾਨੂੰ ਨਹੀਂ ਲੱਗਦਾ ਵੀ ਇੱਕ ਧੀ ਨਾਲ ਜਦੋਂ ਇੱਕ ਵਾਰੀ ਰੇਪ ਹੋ ਜਾਂਦਾ ਆ ਤੇ ਜਿਹੜੇ ਸਾਡੇ ਸਿਆਸਤਦਾਨਾਂ ਨੂੰ ਬਾਰ-ਬਾਰ ਜਿਹੜਾ ਉਸ ਧੀ ਨੂੰ ਨੰਗਾ ਕਰਕੇ ਦੱਸਦੇ ਆ? ਮੈਂ ਉਹੀ ਕਹਿ ਰਹੀ ਹਾਂ ਨਾ ਸਰ ਕਿ ਕਈ ਵਾਰੀ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਇਸੇ ਕਰਕੇ ਕਿ ਇੱਕ ਵਾਰੀ ਤਾਂ ਰੇਪ ਹੋ ਜਾਂਦਾ ਆ ਪਰ ਫਿਰ ਬਾਰ-ਬਾਰ ਰੇਪ ਹੁੰਦਾ। ਕਚਹਿਰੀਆਂ ਦੇ ਵਿੱਚ ਜੱਜ ਪੁੱਛਦਾ ਆ ਬਾਰ-ਬਾਰ ਇੱਦਾਂ ਦੇ ਕੁਐਸਚਨ ਕਿ ਕੁੜੀਆਂ ਜਿਹੜੀਆਂ ਉਹ ਅਵੋਇਡ ਕਰਦੀਆਂ ਆ, ਉਹ ਕਾਨੂੰਨ ਦਾ ਆਸਰਾ ਲੈਂਦੀਆਂ ਹੀ ਨਹੀਂ। ਔਰ ਸਿਆਸਤਦਾਨ ਔਰ ਸਾਡਾ ਮੀਡੀਆ ਵੀ ਬਹੁਤ ਹੱਦ ਤੱਕ ਕਈ ਵਾਰੀ ਬਹੁਤ ਜ਼ਿਆਦਾ ਜਿਹੜਾ ਯੈਲੋ ਜਰਨਲਿਜ਼ਮ ਹੈ ਉਹ ਕਈ ਵਾਰੀ ਸਵਾਦ ਲੈ ਕੇ ਚਸਕੇ ਲੈ ਕੇ ਗੱਲਾਂ ਕਰਦਾ, ਉਹਨਾਂ ਕਰਕੇ ਵੀ ਜਿਹੜਾ ਹੈ ਹਨੇਰਗਰਦੀ ਬਹੁਤ ਜ਼ਿਆਦਾ ਫੈਲ ਰਹੀ ਹੈ। ਆਖਰ ਕੀ ਸੀ ਤੁਹਾਡਾ, ਕੌਣ ਬਚਾਊ ਧੀਆਂ ਨੂੰ? ਮੈਂ ਇਹੀ ਕਹਿੰਦੀ ਹਾਂ, ਮੈਂ ਆਪਣੀਆਂ ਧੀਆਂ ਨੂੰ ਦੇਖੋ, ਮੈਂ ਕਾਲਜ ਦੇ ਵਿੱਚ ਪ੍ਰਿੰਸੀਪਲ ਹਾਂ, ਮੈਂ ਉਹਨਾਂ ਨੂੰ ਇਹੀ ਸੁਨੇਹਾ ਦਿੰਦੀ ਹਾਂ ਕਿ ਸਾਡੇ ਕੋਲ ਤਾਂ ਬੜਾ ਅਮੀਰ ਵਿਰਸਾ ਆ। ਸਾਡੇ ਕੋਲ ਤਾਂ ਰਾਣੀ ਝਾਂਸੀ ਹੈ, ਸਾਡੇ ਕੋਲ ਤਾਂ ਮਾਈ ਭਾਗੋ ਹੈ। ਅੱਜ ਬਾਬੇ ਨਾਨਕ ਨੇ ਨਹੀਂ ਆਉਣਾ ਸਾਡੇ ਲਈ ਹਾਂ ਦਾ ਨਾਰਾ ਲਾਉਣ, ਅੱਜ ਕਿਸੇ ਕ੍ਰਿਸ਼ਨ ਨੇ ਦ੍ਰੋਪਦੀ ਦੀ ਇੱਜ਼ਤ ਬਚਾਉਣ ਨਹੀਂ ਆਉਣਾ। ਅੱਜ ਮੇਰੀਆਂ ਧੀਆਂ ਨੂੰ ਆਪਣੀਆਂ ਚੂੜੀਆਂ ਲਾ ਕੇ ਆਪਣੇ ਹੱਥੀਂ ਆਪ ਕਿਰਪਾਨ ਫੜਨੀ ਪੈਣੀ ਹੈ ਔਰ ਸਮਾਜ ਨੂੰ ਇਹਦੇ ਨਾਲ ਜੁੜਨਾ ਪਏਗਾ, ਸਾਥ ਦੇਣਾ ਪਏਗਾ ਧੀਆਂ ਦਾ। ਕੀ ਕਹਿਣਾ ਵੀ ਜਿਹੜੀ ਔਰਤ ਨੂੰ ਅੱਜ ਆਪਣੇ ਬਚਾਅ ਵਾਸਤੇ ਅੱਜ ਕਾਨੂੰਨ ਦੀਆਂ ਹੱਦਾਂ ਟੱਪਣੀਆਂ ਪੈਣੀਆਂ? ਨਹੀਂ, ਕਾਨੂੰਨ ਦੀਆਂ ਹੱਦਾਂ ਤਾਂ ਨਹੀਂ ਮੈਂ ਕਹਾਂਗੀ, ਪਰ ਮੈਂ ਇਹੀ ਕਹਾਂਗੀ ਕਿ ਕਾਨੂੰਨ ਕਹਿੰਦੇ ਨਾ ਬੜੇ ਸਖਤ ਕਾਨੂੰਨ ਬਣੇ ਆ, ਇਹਨਾਂ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਹੋਵੇ ਔਰ ਕਾਨੂੰਨ ਸਾਰਿਆਂ ਦੇ ਨਾਲ ਇਕਸਾਰ ਹੋਵੇ। ਸਰਕਾਰਾਂ ਨੂੰ ਮੇਰੀ ਇਹੀ ਦਰਖਾਸਤ ਹੈ ਕਿ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦੀ ਨੌਬਤ ਤੱਕ ਨਾ ਸਾਨੂੰ ਪਹੁੰਚਾਉਣ। ਕੀ ਲੱਗਦਾ ਤੁਹਾਨੂੰ ਵੀ ਐਸੀ ਕਿਹੜੀ ਇੱਕ ਸਜ਼ਾ ਦਿੱਤੀ ਜਾਵੇ ਇੱਦਾਂ ਦੇ ਬਲਾਤਕਾਰੀਆਂ ਨੂੰ ਕਿ ਜਿਹੜੇ ਇਹ ਰੇਪ ਕੇਸ ਆ ਇਹ ਬੰਦ ਹੋ ਜਾਣ? ਦੇਖੋ, ਸਜ਼ਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮੇਰੀਆਂ ਬੱਚੀਆਂ ਜਦੋਂ ਕਹਿੰਦੀਆਂ ਆ ਭਾਵੁਕ ਹੋ ਕੇ ਕਿ ਮੈਡਮ ਚੌਂਕ 'ਚ ਖੜਾ ਕਰਕੇ ਗੋਲੀ ਮਾਰ ਦਿੱਤੀ ਜਾਵੇ, ਇੱਥੇ ਵੀ ਮੇਰੀ ਨਿੱਜੀ ਰਾਏ ਇਹੀ ਹੈ ਕਿ ਇਹਦਾ ਵੀ ਖਮਿਆਜਾ ਔਰਤ ਨੂੰ ਹੀ ਭੁਗਤਣਾ ਪੈਣਾ ਹੈ। ਕਿਉਂਕਿ ਹੁਣ ਤਾਂ 1-2% ਔਰਤਾਂ ਬਚ ਜਾਂਦੀਆਂ ਰੇਪ ਤੋਂ ਬਾਅਦ, ਉਸ ਤੋਂ ਬਾਅਦ ਉਹਨਾਂ ਨੂੰ ਵੀ ਕਤਲ ਕਰਤਾ ਜਾਏਗਾ ਸਬੂਤ ਮਿਟਾਉਣ ਲਈ। ਮੈਂ ਕਹਾਂਗੀ ਆਪਣੀ ਸੋਚ ਬਦਲੋ, ਮਾਨਸਿਕਤਾ ਬਦਲੋ ਔਰ ਇਹ ਮਾਹੌਲ ਹੀ ਨਾ ਪੈਦਾ ਹੋਵੇ। ਸਜ਼ਾ ਜਿਹੜੀ ਹੈ ਦੂਰ ਦੀ ਗੱਲ ਹੈ, ਅਸੀਂ ਸਜ਼ਾ 'ਤੇ ਪਹੁੰਚਣ ਤੋਂ ਪਹਿਲਾਂ ਇਹ ਦੇਖੀਏ ਕਿ ਕਿਸ ਤਰ੍ਹਾਂ ਅਸੀਂ ਸਮਾਜ ਨੂੰ ਰਹਿਣ ਯੋਗ ਬਣਾ ਸਕਦੇ ਹਾਂ ਜਿੱਥੇ ਧੀਆਂ ਸੁਰੱਖਿਅਤ ਹੋ ਕੇ ਰਾਤ ਨੂੰ ਵੀ ਘਰੋਂ ਬਾਹਰ ਨਿਕਲ ਸਕਣ। ਤੁਹਾਨੂੰ ਨਹੀਂ ਲੱਗਦਾ ਜਿਹੜੇ ਰੇਪ ਕਰਨੇ ਵਾਲੇ ਅਪਰਾਧੀ ਆ ਇਹ ਸ਼ਰੇਆਮ ਰੇਪ ਹੋ ਜਾਂਦੇ ਆ, ਫੜ ਹੋ ਜਾਂਦੇ ਆ, ਪਰ ਫਿਰ ਵੀ ਉਹ ਕਾਨੂੰਨ ਦੇ ਦਾਇਰੇ 'ਚ ਰਹਿ ਕੇ 2-3 ਸਾਲ ਤੱਕ ਉਹ ਬਚਦੇ ਰਹਿੰਦੇ ਆ? ਬਿਲਕੁਲ ਸਰ, ਮੈਂ ਤਾਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਜਿਹੜਾ ਕਾਨੂੰਨ ਹੈ ਕਮਜ਼ੋਰ ਹੋ ਗਿਆ ਸਾਡਾ। ਇਸ ਵੇਲੇ ਜਿਹੜੇ ਰੇਪਿਸਟ ਹੈਗੇ ਆ ਉਹਨਾਂ ਦੀ ਸਾਈਕੋਲੋਜੀ ਨੂੰ ਸਮਝਣ ਦੀ ਲੋੜ ਹੈ ਕਿ ਇਹਨਾਂ ਲੋਕਾਂ ਦੇ ਕਿੱਥੇ ਹੱਥ ਰਲੇ ਹੋਏ ਆ। ਸਰਕਾਰਾਂ
ਜਿਹੜੀਆਂ ਸਰਕਾਰਾਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਸਰਕਾਰਾਂ ਤਾਂ ਸਰ ਆਪਣੀਆਂ ਬੁਨਿਆਦੀ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਤੋਂ ਹੀ ਭੱਜ ਰਹੀਆਂ। ਔਰ ਸਿਹਤ, ਸਿੱਖਿਆ ਔਰ ਸੁਰੱਖਿਆ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਔਰ ਸਾਡੇ ਦੇਸ਼ ਵਿੱਚ ਕਿੱਥੇ ਹੋ ਰਿਹਾ ਸਾਰਾ ਕੁਝ ਪੂਰਾ, ਔਰ ਇਖਲਾਕੀ ਜ਼ਿੰਮੇਵਾਰੀਆਂ ਜਿਹੜੀਆਂ ਨਾ, ਤਾਂ ਸਰਕਾਰ ਕਿੱਥੇ ਪੂਰੀ ਉਤਰੇਗੀ। ਇਸ ਕਰਕੇ ਲੋੜ ਅੱਜ ਇਹੀ ਹੈ ਕਿ ਜਿਹੜਾ ਸਮਾਜ ਦਾ ਜਿਹੜਾ ਚੇਤਨ ਵਰਗ ਹੈ ਉਹ ਖੜਾ ਹੋਵੇ ਔਰ ਫਿਰ ਇਹਨਾਂ ਵਧੀਕੀਆਂ ਨੂੰ ਠੱਲ ਪਾਈ ਜਾ ਸਕਦੀ ਹੈ। ਤੇ ਜਿੱਦਾਂ ਅੱਜ ਤੁਸੀਂ ਸਿਆਸਤਦਾਨ ਕਹਿ ਸਕਦੇ ਆਪਾਂ ਵੀ ਅੱਜ ਮਾਨਵਤਾ ਨੂੰ ਪਿੱਛੇ ਛੱਡ ਕੇ ਇੱਕ ਧੀ ਤੇ ਸਿਆਸਤ ਹੀ ਕਰਦੇ ਆ। ਕੋਈ ਵੀ ਉਹਨੂੰ ਜਿਹੜਾ ਆ ਕਾਨੂੰਨ ਦੇ ਤਰੀਕੇ ਜਾਂ ਸਜ਼ਾ ਦਿਵਾਉਣ ਦੀ ਗੱਲ ਨਹੀਂ ਕਰਦਾ, ਪਰ ਆਪਣੀ ਸਿਆਸਤ ਕਰਦਾ ਆ। ਬਿਲਕੁਲ ਸਰ, ਮੈਂ ਇਹੀ ਕਹਾਂਗੀ ਕਿ ਖਤਰਨਾਕ ਹੋ ਜਾਂਦਾ, ਬਹੁਤ ਹੀ ਖਤਰਨਾਕ ਹੋ ਜਾਂਦਾ ਉਦੋਂ ਜਦੋਂ ਇਹਨਾਂ ਦੇ ਦਰਿੰਦਿਆਂ ਦੇ ਹੱਕ ਦੇ ਵਿੱਚ ਜਾਤੀ ਆਧਾਰਿਤ ਪੰਚਾਇਤਾਂ ਖੜੀਆਂ ਹੋ ਜਾਂਦੀਆਂ, ਸਵਰਨ ਜਾਤੀ ਦੀ ਪੰਚਾਇਤ। ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਆਮ ਤੌਰ 'ਤੇ ਜਿਹੜਾ ਹੈ ਦਲਿਤ ਸਮਾਜ ਜਿਹੜਾ ਸਦੀਆਂ ਤੋਂ ਪਿਛੜਿਆ ਹੋਇਆ ਆਵਾਮ ਹੈ ਸਾਡਾ, ਉਹੀ ਜ਼ਿਆਦਾ ਬਹੁਤਾਤ ਦੇ ਵਿੱਚ, ਮੈਂ ਇਹ ਨਹੀਂ ਕਹਿੰਦੀ ਕਿ ਸਿਰਫ ਉਹਨਾਂ ਨਾਲ, ਬਹੁਤੀ ਹੱਦ ਤੱਕ ਜਿਹੜਾ ਹੈ ਉਹਨਾਂ ਧੀਆਂ ਦੇ ਨਾਲ ਹੀ ਜਿਹੜਾ ਹੈ ਇਸ ਤਰ੍ਹਾਂ ਦੇ ਹਾਦਸੇ ਵਾਪਰੇ, ਕਿਰਤੀ ਵਰਗ ਨਾਲ ਹੀ ਵਾਪਰ ਰਹੇ ਆ। ਔਰ ਮੇਰਾ ਤਾਂ ਇਹੀ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਹੈ, ਜੇ ਅਸੀਂ ਚਾਹੁੰਦੇ ਆ ਕਿ ਧੀਆਂ ਨੂੰ ਇੱਕ ਸੁਰੱਖਿਅਤ ਸਮਾਜ ਦੇਈਏ ਜਿੱਥੇ ਉਹ ਆਜ਼ਾਦੀ ਨਾਲ ਵਿਚਰ ਸਕਣ, ਤੇ ਸਾਨੂੰ ਹਰ ਬੁਰਾਈ ਦੇ ਖਿਲਾਫ ਲੜਨਾ ਹੋਵੇਗਾ, ਜਾਤ ਪਾਤ ਦੇ ਖਿਲਾਫ ਵੀ ਲੜਨਾ ਹੋਵੇਗਾ। ਕਿਉਂਕਿ ਜਿਹੜਾ ਕਚਰਾ ਹੈ ਸਾਡੇ ਅੰਦਰ ਜਾਤ ਪਾਤ, ਇਹਨੂੰ ਹੂੰਝ ਕੇ ਬਾਹਰ ਸੁੱਟਣਾ ਚਾਹੀਦਾ। ਔਰ ਮੈਂ ਹਮੇਸ਼ਾ ਇਹੀ ਨਾਅਰਾ ਲਾਉਂਦੀ ਹਾਂ ਕਿ ਸਾਨੂੰ ਨਾ ਮਰਦ ਪ੍ਰਧਾਨ ਸਮਾਜ ਚਾਹੀਦਾ, ਨਾ ਔਰਤ ਪ੍ਰਧਾਨ ਸਮਾਜ ਚਾਹੀਦਾ, ਸਾਨੂੰ ਤਾਂ ਮਾਨਵ ਪ੍ਰਧਾਨ ਸਮਾਜ, ਮਾਨਵਤਾ ਪ੍ਰਧਾਨ, ਇਨਸਾਨੀਅਤ ਪ੍ਰਧਾਨ ਸਮਾਜ ਚਾਹੀਦਾ। ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਔਰਤ ਨੂੰ ਫਿਰ ਆਪਣੇ ਬਚਾਅ ਵਾਸਤੇ ਆਪ ਹੀ ਆਉਣਾ ਪੈਣਾ, ਜਾਂ ਫਿਰ ਮੇਰਾ ਉਹ ਫਿਰ ਉਹੀ ਦੁਬਾਰਾ ਕੁਐਸਚਨ ਆ ਵੀ ਕੌਣ ਬਚਾਊ ਧੀਆਂ ਨੂੰ? ਬਿਲਕੁਲ, ਮੈਂ ਪਹਿਲਾਂ ਵੀ ਸਰ ਇਹੀ ਗੱਲ ਕਹੀ ਹੈ ਕਿ ਧੀਆਂ ਨੂੰ ਚੇਤਨ ਹੋਣਾ ਪਏਗਾ। ਅਸੀਂ ਗੱਲਾਂ ਕਰਦੇ ਹਾਂ ਬੜੀਆਂ ਨਾਰੀ ਸਸ਼ਕਤੀਕਰਨ ਦੀਆਂ, 21ਵੀਂ ਸਦੀ ਦੀਆਂ ਗੱਲਾਂ ਕਰਦੇ ਹਾਂ ਕਿ ਧੀਆਂ ਚੰਨ ਤੇ ਪਹੁੰਚ ਗਈਆਂ। ਮੈਂ ਤਾਂ ਇਹੀ ਕਹਿੰਦੀ ਹਾਂ ਕਿ ਚੰਨ ਤੇ ਤਾਂ ਧੀ ਪਹੁੰਚ ਗਈ, ਜਦੋਂ ਉਹਨੇ ਵਾਪਸ ਆਉਣਾ, ਸਕੂਟਰ ਦੇ ਘਰ ਜਾਣਾ, ਉਦੋਂ ਉਹਦੀ ਸੇਫਟੀ ਜਿਹੜੀ ਹੈ, ਉਦੋਂ ਉਹਦੀ ਆਬਰੂ ਜਿਹੜੀ ਹੈ ਸੁਰੱਖਿਅਤ ਹੈ, ਇਹਦੀ ਗਰੰਟੀ ਕੌਣ ਦੇਵੇਗਾ? ਇਹਦੇ ਲਈ ਲੋੜ ਹੈ ਅੱਜ ਸਾਰੇ ਲੋਕਾਂ ਨੂੰ ਰਲ ਕੇ ਹੰਬਲਾ ਮਾਰਨਾ ਪਏਗਾ। ਨਵੀਂ ਉਮੀਦ ਫਾਊਂਡੇਸ਼ਨ ਜਿਹੜੀ ਹੈ ਲਾਇਲਪੁਰ ਖਾਲਸਾ ਕਾਲਜ ਨਾਲ ਮਿਲ ਕੇ ਜਿਹੜਾ ਸੈਮੀਨਾਰ ਕਰਾ ਰਹੇ ਹਾਂ, ਇੱਕ ਕੋਸ਼ਿਸ਼ ਹੈ ਸਾਡੀ ਹਨੇਰੇ ਰਾਹਾਂ ਤੋਂ ਚਾਨਣ ਵੱਲ ਤੁਰਨ ਦੀ। ਅਸੀਂ ਆਪਣੀਆਂ ਧੀਆਂ ਨੂੰ ਉਹਨਾਂ ਦੇ ਅੰਦਰ ਦੀ ਤਾਕਤ ਨਾਲ ਰੂਬਰੂ ਕਰਾਉਣ ਲਈ ਇਹ ਸੈਮੀਨਾਰ ਕਰਵਾ ਰਹੇ ਹਾਂ। ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਪੈਰ ਦੀ ਜੁੱਤੀ ਨਹੀਂ ਹੈ, ਉਹ ਕੋਈ ਐਵੇਂ ਤੇ ਐਵੇਂ ਨਹੀਂ ਹੈਗੀਆਂ, ਉਹ ਬਹੁਤ ਅਜ਼ੀਮ ਹੈ ਸਾਡੇ ਲਈ। ਇਹ ਸਨ ਲਾਇਲਪੁਰ ਖਾਲਸਾ ਕਾਲਜ ਹਰਬਮਨ ਦੇ ਪ੍ਰਿੰਸੀਪਲ, ਤੇ ਜਿਹਨਾਂ ਨੇ ਦੱਸਿਆ ਵੀ ਧੀਆਂ ਨੂੰ ਅੱਜ ਖੁਦ ਜਾਗਰੂਕ ਹੋਣਾ ਪੈਣਾ ਹੈ, ਧੀਆਂ ਨੂੰ ਆਪਣੀ ਰੱਖਿਆ ਕਰਨ ਲਈ ਖੁਦ ਹੱਥ ਵਿੱਚ ਕੁਰਬਾਨ ਚੱਕਣੀ ਪੈਣੀ ਆ। ਤੇ ਸਾਡੇ ਨਾਲ ਹੁਣ ਮੌਜੂਦ ਹਨ ਅੱਗੇ ਸਮਾਜ ਸੇਵੀ ਮਨੋਜ ਅਗਰਵਾਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਜਿੱਦਾਂ ਅੱਜ ਰੇਪ ਹੋ ਰਹੇ ਆ ਦੇਸ਼ ਦੇ ਵਿੱਚ, ਅੱਜ ਸਾਡਾ ਕੁਐਸਚਨ ਵੀ ਸਾਰਿਆਂ ਨੂੰ ਇਹੀ ਹੈ ਵੀ ਕੌਣ ਬਚਾਊ ਧੀਆਂ ਨੂੰ? ਦੇਖੋ ਜੀ, ਕੌਣ ਬਚਾਓ ਧੀਆਂ ਨੂੰ, ਇਹ ਕੋਈ ਅੱਜ ਦਾ ਸਵਾਲ ਨਹੀਂ, ਇਹ ਇਸ ਧਰਤੀ ਦਾ ਬਹੁਤ ਪੁਰਾਣਾ ਸਵਾਲ ਹੈ। ਔਰ ਸਮੇਂ ਦੇ ਜਿਹੜੇ ਯੁੱਗ ਪੁਰਸ਼ ਰਹੇ ਹੈ, ਬੁੱਧੀਜੀਵ ਰਹੇ ਹੈ, ਔਰ ਖਾਸ ਕਰਕੇ ਜਿਹੜੀ ਆਪਣੀ ਐਜੂਕੇਸ਼ਨਲ ਸਿਸਟਮ ਹੈਗਾ, ਉਹ ਇਹਦੇ 'ਤੇ ਕੰਮ ਵੀ ਬਹੁਤ ਕਰ ਰਿਹਾ, ਲੇਕਿਨ ਹਲੇ ਵੀ ਇਹਦੇ 'ਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਉਮੀਦ ਹੈ, ਕਿਉਂਕਿ ਇਹ ਮਸਲਾ ਰੁਕ ਨਹੀਂ ਰਿਹਾ। ਬਲਕਿ ਜਿਸ ਤਰੀਕੇ ਦੇ ਨਾਲ ਅਸੀਂ ਕਹਿ ਰਹੇ ਕਿ ਅੱਜ ਮਾਡਰਨਾਈਜੇਸ਼ਨ ਹੋ ਰਹੀ ਹੈ, ਐਜੂਕੇਸ਼ਨ ਵੱਧ ਰਹੀ ਹੈ, ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ, ਮਗਰ ਇਹ ਜਿਹੜਾ ਭਿਆਨਕ ਜਿਹੜਾ ਇਹ ਪਾਪ ਹੈ, ਇਹ ਵੀ ਨਾਲ ਦੀ ਨਾਲ ਵੱਧ ਰਿਹਾ ਹੈ। ਇਹਨੂੰ ਹੁਣ ਅਸੀਂ ਕਲਯੁਗ ਦਾ ਪਸਾਰਾ ਵੀ ਕਹਿ ਦਈਏ, ਜਾਂ ਫਿਰ ਲੋਕਾਂ ਦੇ ਵਿੱਚ ਇਹਦੇ ਪ੍ਰਤੀ ਸੰਜੀਦਤਾ ਜੋ ਹੋਣੀ ਚਾਹੀਦੀ ਹੈ, ਜਿਸ ਪ੍ਰਤੀ ਲੋਕਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ, ਉਹ ਨਹੀਂ ਲੋਕੀ ਸੋਚ ਪਾ ਰਹੇ, ਔਰ ਅਗਾਂਹ ਆਪਣੇ ਬੱਚਿਆਂ ਨੂੰ ਉਹਦੇ ਵਾਸਤੇ ਨਹੀਂ ਸਮਝਾ ਪਾ ਰਹੇ, ਤੇ ਉਹਨਾਂ ਨੂੰ ਨਹੀਂ ਤਿਆਰ ਕਰ ਪਾ ਰਹੇ ਕਿ ਇਸ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਏ। ਔਰ ਮੇਰੇ ਹਿਸਾਬ ਨਾਲ ਜੇ ਇਸ ਚੀਜ਼ ਨੂੰ ਆਪਾਂ ਰੋਕਣਾ ਚਾਹੁੰਦੇ ਹਾਂ, ਤੇ ਇਹਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਹਰ ਪਰਿਵਾਰ, ਸਮਾਜ ਦੇ ਵਿੱਚ ਹਰ ਪਰਿਵਾਰ ਆਪਣੇ ਬੱਚਿਆਂ 'ਚ ਇਹ ਸੰਸਕਾਰ ਕੂਟ ਕੇ ਭਰੇ ਕਿ ਬੇਟਾ ਜਿਹੜੀ ਧੀ ਹੈ ਤੇ ਭੈਣ ਹੈ ਤੇ ਮਾਂ ਹੈ, ਇਹ ਸਾਂਝੀ ਹੁੰਦੀ ਹੈ। ਜਦ ਤੱਕ ਅਸੀਂ ਦੂਜੀ ਕੁੜੀ 'ਚ ਆਪਣੀ ਧੀ, ਆਪਣੀ ਭੈਣ, ਆਪਣੀ ਮਾਂ ਨੂੰ ਨਹੀਂ ਦੇਖਾਂਗੇ ਨਾ, ਤਦ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਰੋਕ ਨਹੀਂ ਸਕਦੇ। ਔਰ ਮੈਂ ਅੱਜ ਇਸ ਤੁਹਾਡੇ ਪਲੇਟਫਾਰਮ 'ਤੇ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਹਰ ਇਨਸਾਨ ਨੂੰ ਕਿਸੇ ਵੀ ਕੁੜੀ ਵੱਲ, ਕਿਸੇ ਦੀ ਭੈਣ ਵੱਲ, ਮਾਂ ਵੱਲ ਸੋਚ ਦੇਖ ਕੇ ਇਹ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਮੇਰੇ ਘਰ ਵੀ ਧੀ ਹੈ, ਮੇਰੇ ਘਰ ਵੀ ਮਾਂ ਹੈ, ਮੇਰੇ ਘਰ ਵੀ ਬੇਟੀ ਹੈ। ਜਦ ਇਹ ਸੋਚ ਆਊਗੀ ਤੇ ਇਹ ਬਲਾਤਕਾਰ ਵੀ ਰੁਕੂਗੇ, ਦਹੇਜ ਦੇ ਪ੍ਰਤਾੜਨ ਕਾਰਨ ਸੜਨ ਵਾਲੀ ਸਾਡੀਆਂ ਜਿਹੜੀਆਂ ਭੈਣਾਂ ਤੇ ਧੀਆਂ, ਜਿਹੜੀ ਨੂੰਹਾਂ ਹੈਗੀਆਂ, ਉਹ ਵੀ ਬਚਣਗੀਆਂ, ਤੇ ਸਮਾਜ ਇੱਕ ਅੱਛੇ ਸਮਾਜ ਦੀ ਬੁਨਿਆਦ ਰਚ ਕੇ
ਸਮਾਜ ਅੱਛਾ ਵੀ ਬਣੂਗਾ। ਮੈਂ ਅੱਜ ਇਹ ਨਵੀਂ ਉਮੀਦ ਫਾਊਂਡੇਸ਼ਨ ਵਾਲਿਆਂ ਦਾ ਕਾਫੀ ਦੇਰ ਇਹਨਾਂ ਦੇ ਜਿਹੜੇ ਬੁੱਧੀਜੀਵ ਆਏ ਆ ਉਹਨਾਂ ਦੇ ਖਿਆਲ ਸੁਣੇ, ਬਹੁਤ ਅੱਛਾ ਲੱਗਿਆ। ਇਹ ਬਹੁਤ ਅੱਛੀ ਹੈ ਕਿਉਂਕਿ ਜਿਸ ਚੀਜ਼ ਦੇ ਉੱਤੇ ਵਿਚਾਰ ਗੋਸ਼ਟੀ ਹੋਊਗੀ ਤੇ ਜਿਹੜੇ ਹੁਣ ਅੱਜ ਸਕੂਲ ਦੇ ਕਾਲਜਿਸ ਦੇ ਔਰ ਯੰਗ ਬੱਚੇ ਆਏ ਹੈ ਉਹਨਾਂ ਦੇ ਵਿਚਾਰ ਸੁਣ ਰਹੇ ਹੈ ਤੇ ਗੱਲ ਕਿਤੇ ਨਾ ਕਿਤੇ ਆਪਣਾ ਅਸਰ ਜ਼ਰੂਰ ਦਿਖਾਉਂਦੀ ਹੈ। ਤੇ ਇਹ ਉਪਰਾਲੇ ਕਰਕੇ ਮੈਨੂੰ ਉਮੀਦ ਹੈ ਕਿ ਜਿਹੜੇ ਸੱਜਣ ਇੱਥੇ ਆਏ ਹੈ ਉਹਨਾਂ ਦੇ ਵਿੱਚ ਇਹ ਗੱਲਾਂ ਅਸਰ ਕਰਨਗੇ। ਅੱਜ ਜਿਹੜੇ ਬਲਾਤਕਾਰੀ ਆ ਕਾਨੂੰਨ ਦੀ ਆੜ ਲੈ ਕੇ ਜਾਂ ਕਹਿ ਸਕਦੇ ਸਿਆਸਤਦਾਨਾਂ ਦੀ ਆੜ ਲੈ ਕੇ ਸਾਲਾਂ ਤੱਕ ਬਚਦੇ ਆ, ਤੁਹਾਨੂੰ ਲੱਗਦਾ ਵੀ ਇਹ ਕਾਨੂੰਨ ਦੇ ਵਿੱਚ ਬਦਲਾਅ ਹੁਣ ਹੋਣਾ ਚਾਹੀਦਾ? ਦੇਖੋ ਜੀ, ਇਸ ਕਾਨੂੰਨ ਦੇ ਵਿੱਚ ਲਗਾਤਾਰ ਬਦਲਾਅ ਆਉਂਦੇ ਜਾ ਰਹੇ ਹੈਗੇ। ਹੁਣ ਅੰਦਰ ਪ੍ਰੋਫੈਸਰ ਸਾਹਿਬ ਨੇ ਹੀ ਦੱਸਿਆ ਸੀਗਾ ਕਿ ਕਾਨੂੰਨ ਇਹਦੇ ਵਿੱਚ ਬਦਲਾਅ ਕੀਤਾ ਗਿਆ। ਜੇ ਕੋਈ ਲੜਕੀ ਉਹਦੇ ਨਾਲ ਕੋਈ ਇਹ ਬਲਾਤਕਾਰ ਜਿਹੜਾ ਘਿਨੌਣਾ ਪਾਪ ਹੁੰਦਾ ਔਰ ਆਪਣੀ ਜ਼ੁਬਾਨ ਦੇ ਵਿੱਚ ਉਹ ਇਹਨੂੰ ਕਹਿ ਦਿੰਦੀ ਹੈ ਕਿ ਬਲਾਤਕਾਰ ਤੱਕ ਵੀ ਕੋਸ਼ਿਸ਼ ਦਾ ਵੀ ਉਹ ਦੱਸ ਦਿੰਦੀ ਹੈ ਤੇ ਉਸ ਪਾਪੀ ਨੂੰ 20 ਸਾਲ ਤੱਕ ਦੀ ਕੈਦ ਹੋਊਗੀ। ਲੇਕਿਨ ਅੱਜ ਜਿਹੜੇ ਪਾਪੀ ਹੈਗੇ ਆ ਉਹਨਾਂ ਨੇ ਇਹਦੇ ਕਰਕੇ ਕਿ ਵੀ ਕੋਈ ਸਾਡੇ ਵੱਲ ਕੁੜੀ ਬਿਆਨ ਨਾ ਦੇ ਦੇਵੇ, ਉਹਨਾਂ ਨੂੰ ਮਾਰਨ ਤੱਕ ਦੀ ਕੋਸ਼ਿਸ਼ ਕਰਨ ਲੱਗੇ ਹੈਗੇ ਆ। ਇਹਦੇ ਲਈ ਅੱਜ ਵੀ ਇਹਦੇ 'ਚ ਹਲੇ ਸੰਸ਼ੋਧਨ ਦੀ ਤੇ ਜਿਹੜੀ ਇਹਦੇ 'ਚ ਬੜੋਤਰੀ ਦੀ, ਕਾਨੂੰਨ ਦੇ ਵਿੱਚ ਸਖਤੀ ਦੀ ਬਹੁਤ ਜ਼ਰੂਰਤ ਹੈ। ਕੀ ਲੱਗਦਾ ਤੁਹਾਨੂੰ ਇਹਨਾਂ ਅਪਰਾਧੀਆਂ ਲਈ ਜਿਹੜੀ ਸਜ਼ਾ ਕਿਹੜੀ ਨਿਰਧਾਰਤ ਹੋਣੀ ਚਾਹੀਦੀ ਹੈ? ਦੇਖੋ ਜੀ, ਇਸ ਪਾਪ ਦੀ ਤਾਂ ਇੱਕੋ ਸਜ਼ਾ ਹੈ, ਉਹ ਹੈਗੀ ਸਜ਼ਾਏ ਮੌਤ। ਤੁਸੀਂ ਸੋਚ ਕੇ ਦੇਖੋ ਇਸ ਪਾਪ ਨੂੰ ਕਿ ਜੇ ਕਿਤੇ ਸਾਡੇ ਕਿਸੇ ਦੇ ਬੱਚੇ ਦੇ ਨਾਲ ਹੋ ਜੇ ਤੇ ਐਜ਼ ਏ ਭਰਾ, ਐਜ਼ ਏ ਬ੍ਰਦਰ, ਠੀਕ ਹੈ, ਐਜ਼ ਏ ਫਾਦਰ, ਕੀ ਤੁਹਾਡੀ ਸੋਚ ਹੋਗੀ? ਤੁਹਾਡਾ ਮਨ ਕਰੂਗਾ ਨਹੀਂ ਕਿ ਇਸ ਸ਼ਖਸ ਨੇ ਜਿਸ ਨੇ ਇਹ ਪਾਪ ਕੀਤਾ ਉਹਨੂੰ ਮਾਰ ਦਿੱਤਾ ਜਾਏ? ਇਹਦੀ ਇੱਕੋ ਸਜ਼ਾ ਹੋਣੀ ਚਾਹੀਦੀ ਹੈ, ਮੌਤ, ਮੌਤ ਤੇ ਮੌਤ। ਕਿ ਤੁਸੀਂ ਵੀ ਹੋ 12ਵੀਂ ਪਾਸ, ਯੂਕੇ ਜਾ ਕੇ ਵਿਦਆਊਟ ਆਇਲਸ ਪੜ੍ਹਾਈ ਕਰਨਾ ਚਾਹੁੰਦੇ ਹੋ? ਨਵੇਂ ਕਾਨੂੰਨ GSR ਜੈਨੂਅਨ ਸਟੂਡੈਂਟ ਰੂਲ ਦੇ ਤਹਿਤ ਵਿਆਹੇ ਹੋ ਤਾਂ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ। ਸਾਰੇ ਕਹਿ ਰਹੇ ਨੇ ਕਿ ਤੁਹਾਡੀ ਫਾਈਲ ਨਹੀਂ ਲੱਗ ਸਕਦੀ ਕਿਉਂਕਿ ਕਾਨੂੰਨ ਬਦਲ ਚੁੱਕੇ ਨੇ। ਹਜੇ ਵੀ ਯੂਕੇ ਜਾ ਕੇ ਸਟੱਡੀ ਕਰਨਾ ਚਾਹੁੰਦੇ ਹੋ, ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਵਿਦਆਊਟ ਆਇਲਸ, ਤਾਂ ਹੁਣੇ ਚੱਕੋ ਫੋਨ ਤੇ ਕਾਲ ਕਰੋ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ, ਜਾਂ ਫਿਰ ਸਾਡੇ ਐਕਸਪਰਟਸ ਨੂੰ ਆ ਕੇ ਮਿਲੋ ਗਲੋਬਲ ਟਰੈਵਲਸ ਐਂਡ ਐਜੂਕੇਸ਼ਨ ਸਰਵਿਸਿਜ਼ ਦੇ ਆਫਿਸ ਦੇ ਵਿੱਚ। ਸਾਡਾ ਐਡਰੈਸ ਹੈ AGI ਬਿਲਡਿੰਗ ਨੀਅਰ ਬੱਸ ਸਟੈਂਡ, ਜਲੰਧਰ।